ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਰਾਮਈਆ ਹੋਂ ਬਾਰਿਕ ਤੇਰਾ, ਕਾਹੇ ਨਾ ਖੰਡ ਸਭ ਗੁਣ ਮੇਰਾ। ज्ञान ध्यान किछ कर्म न जाना, सार न जाना तेरी। सब ते वड्डा सतगुरु नानक, जिन कल राखी मेरी। तेरे कवन कवन गुण कह गावा, तू साहिब गुणी निदाना। तुमरी महिमा बरन न सको, तू ठाकुर ऊच भगवाना। निर्गुण राख लिया संतन का सदका। सतगुर टाक लिया मोहे पापी पड़दा। ਗੁਰੂ ਨਾਨਕ गुरु नानक ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ। ਆਯੁਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ
ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਸਾਰੇ ਜਪੀ ਜਾਓ ਜੀ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਦੁਰਮਤ ਪਾਪ ਕਲੇਵਰ ਤੋਤਾ ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ। ਪਤਤ ਪਵਿੱਤ ਭੈ RAM ਕਹਿਤ ਹੀ। ਇਹ ਮੂਲ ਮੰਤਰ ਜਪਨ ਦਾ ਭਾਵ ਹੈ ਕਿ ਅਸੀਂ ਪਾਪੀ ਤੋਂ ਪਵਿੱਤਰ ਹੋ ਜਾਈਏ। ਕਹਿੰਦੇ ਪਾਪੀ ਨਾਮ ਜਪਣ ਨਾਲ ਪਵਿੱਤਰ ਹੋ ਜਾਂਦੇ। ਇਹ ਪਾਪਾਂ ਨੂੰ ਧੋ ਦਿੰਦਾ ਹੈ ਜਿਵੇਂ ਸਾਬਣ ਮੈਲ ਲਾਉਂਦਾ ਹੈ। ਦੇ ਸਾਬੂਨ ਲਈਏ ਉਹ ਧੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਧੋ ਪੈ ਨਾਵੇਂ ਕੇ ਰੰਗ। ਮਹਾਂਪੁਰਸ਼ ਨਾਮ ਦਾ ਰੰਗ ਚਾੜਦੇ ਆ। ਸਾਧੂ ਦਾ ਸੰਗ ਨਾਮ ਦਾ ਰੰਗ ਚਾੜਦਾ ਹੈ। ਦੁਰਮਤ ਪਾਪ ਕਲੇਵਰ ਤੋਤਾ। ਕਿੰਨਾ ਮਨ ਪਾਪੀ ਹੈ, ਕਿੰਨੇ ਪਾਪ ਨੇ।
ਇਹਨੂੰ ਜਦੋਂ ਆਪਾਂ ਨਾਮ ਜਪਾਂਗੇ ਨਾ, ਪਾਪ ਸੜ ਜਾਣਗੇ, ਨਸ਼ਟ ਹੋ ਜਾਣਗੇ। ਕਈ ਵਾਰੀ ਮਨ ਅੰਦਰ ਪਾਪ ਆਇਆ ਹੁੰਦਾ ਹੈ, ਨਾਮ ਜਪਣਾ ਸ਼ੁਰੂ ਕਰ ਦਈਏ, ਪਰ ਮਨ ਅਜੇ ਵੀ ਪਾਪ ਹੁੰਦਾ। ਮਨ 'ਚ ਨਾਮ ਵੀ ਜਪੀ ਜਾਂਦੇ ਹਾਂ, ਪਰ ਮਨ ਦੇ ਅੰਦਰੋਂ ਪਾਪ ਨਹੀਂ ਜਾਂਦਾ। ਫਿਰ ਉਹਦਾ ਫਲ ਕੀ ਹੈ ਕਿ ਮਨ ਦੇ ਅੰਦਰ ਪਾਪ ਆਇਆ, ਫੁਰਨਾ ਆਇਆ, ਨਾਮ ਜਪਣਾ ਸ਼ੁਰੂ ਕਰਦਾ ਕਿ ਮੇਰਾ ਮਨ ਨਹੀਂ ਰੁਕਦਾ। ਤੇ ਨਾਮ ਜਪਣ ਦਾ ਫਲ ਇਹ ਹੋਏਗਾ ਕਿ ਤੁਹਾਨੂੰ ਪਾਪ ਭੋਗਣਾ ਨਹੀਂ ਪਏਗਾ। ਜਿਹੜਾ ਪਾਪ ਕਰਨਾ ਤੁਸੀਂ ਉਹਦੇ ਤੋਂ ਬਚ ਜਾਓਗੇ, ਪਰ ਮਨ ਅਜੇ ਪਾਪੀ, ਮਨ ਨੇ ਅਜੇ ਪਾਪ ਨਹੀਂ ਛੱਡਿਆ। ਪਰ ਗੁਰੂ ਪਾਪ ਦੇ ਦੋਸ਼ ਤੋਂ ਬਚਾ ਲੈਂਦਾ ਨਾਮ। ਦੁਰਮਤ ਪਾਪ ਕਲੇਵਰ ਤੋਤਾ, ਖੋਟੀ ਮਤ, ਇਹਨੂੰ ਧੋ ਦਿੰਦਾ ਹੈ ਨਾਮ। ਬੰਦਾ ਪਾਪ ਤੋਂ ਬਚ ਜਾਵੇ, ਪਰ ਇਹਦੀ ਫਿਰ ਪਾਪ ਭੋਗਿਆ ਤੇ ਸਜ਼ਾ ਬੜੀ ਹੈ। ਪਾਪੀ ਮਨ ਹੋ ਗਿਆ, ਪਾਪ ਬਹੁਤ ਹੋ ਗਏ, ਜ਼ਿੰਦਗੀ ਤੋਂ ਤੰਗ ਹੋ ਗਿਆ ਕਿ ਇੰਨੇ ਪਾਪ, ਇੰਨੇ ਗੁਨਾਹ। ਸਾਰੇ ਜਪੋ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਿ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ।
ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਬੇੜਾ ਤਰਦਾ ਵੀ ਏ, ਬੇੜਾ ਡੁੱਬਦਾ ਵੀ ਏ। ਡੁੱਬਦਾ ਏ ਬੇੜਾ ਭਾਰ ਦੇ ਨਾਲ, ਤੇ ਤਰਦਾ ਏ ਬੇੜਾ ਕਿ ਭਾਰ ਨਾ ਹੋਵੇ। ਬੇੜਾ ਡੁੱਬਦਾ ਭਾਰ ਨਾਲ, ਜਿੰਨਾ ਉਹ ਭਾਰ ਲੈ ਸਕਦਾ। ਬਹੁਤੇ ਭਾਰ ਨਾਲ ਬੇੜਾ ਡੁੱਬ ਜਾਂਦਾ। ਨਾਮ ਜਪੇ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਕਦੋਂ ਡੁੱਬਿਆ? ਰਾਜ ਮਿਲਿਆ ਨਾਮ ਜਪਣ ਦੇ ਨਾਲ। ਜਿਹੜੀ ਮਾਂ ਨੇ ਜਨਮ ਦਿੱਤਾ ਸੀ ਰਣਜੀਤ ਸਿੰਘ ਨੂੰ, ਉਹ ਵੀ ਸਾਰੀ ਪੁੱਛ ਵਾਲੇ ਮਹਾਰਾਜ ਜੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਖੇਡ ਸੀ। ਧੀਆਂ ਨੂੰ ਉਸ ਸਮੇਂ ਚੰਗਾ ਨਹੀਂ ਸਮਝਦੇ ਸੀ ਕਿ ਧੀ ਹੋ ਗਈ, ਜਿੱਧਰ ਦਿਆਂਗੇ ਮੂੰਹ ਨੀਵਾਂ ਹੀ ਰਹਿਣਾ। ਉਹਨਾਂ ਨੇ ਦਬਤਾ ਸੀ ਜ਼ਮੀਨ 'ਚ, ਉਸ ਧੀ ਨੂੰ ਦਬ ਦਿੱਤਾ ਸਰਦਾਰਾਂ ਨੇ ਕਿ ਸਾਡੀ ਗੱਲ ਨਹੀਂ ਰਹਿਣੀ। ਜਿੱਧਰ ਪੁਰਖ ਦੇ ਰੂਪ ਵਿੱਚ ਬਾਬਾ ਜੀ ਨੇ ਜਾ ਕੇ ਕਢਾਇਆ, ਕਿਸ ਬੱਚੀ ਨੂੰ ਮਾਰੋ ਨਾ, ਇਹਨੇ ਬੜਾ ਵੱਡਾ ਕਾਰਜ ਕਰਨਾ ਹੈ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ। ਇਹਨੇ ਕਿਸੇ ਮਹਾਂਪੁਰਖ ਨੂੰ, ਕਿਸੇ ਸਿੱਖ ਧਰਮ ਦੇ ਬਹੁਤ ਵੱਡੇ ਰਾਜੇ ਨੂੰ, ਬੜੀ ਬਖਸ਼ੀ ਹੋਈ ਰੂਹ ਨੂੰ ਜਨਮ ਦੇਣਾ ਹੈ। ਆਖੋ ਸ੍ਰੀ ਵਾਹਿਗੁਰੂ। ਕਹਿੰਦੇ ਮਾਂ ਦੀ ਭਗਤੀ ਸੀ, ਮਾਂ ਸਾਧੂ ਸੰਗ ਵਾਲੀ ਸੀ। ਧਰੂ ਦੀ ਮਾਂ ਵੀ ਸਾਧੂ ਸੰਗਤ ਕਰਨ ਵਾਲੀ ਸੀ। ਪ੍ਰਹਿਲਾਦ ਦਾ ਪਿਓ ਚੰਡਾਲ ਸੀ, ਰਾਖਸ਼ੀ, ਪਰ ਮਾਂ ਸਾਧੂ ਸੰਗਤ ਕਰਨ ਵਾਲੀ ਸੀ। ਪ੍ਰਹਿਲਾਦ ਦੀ ਮਾਂ ਨੇ ਬਹੁਤ ਕੁੱਖ ਦੇ ਹੁੰਦਿਆਂ, ਕੁੱਖ ਵਿੱਚ ਹੁੰਦਿਆਂ ਨਾਮ ਜਪਿਆ ਸੀ। ਪੁੱਤਰ ਲੈਣ ਵਾਸਤੇ ਬੜਾ ਨਾਮ ਜਪਿਆ ਸੀ।
ਪੁੱਤਰ ਲੈਣ ਵਾਸਤੇ ਰੱਬ ਜਿੰਨੀ ਵੀ ਭਗਤੀ ਕਰਾ ਲੇ ਨਾ ਮਾਂ ਤੋਂ ਥੋੜੀ ਹੈ। ਜਿਨ੍ਹਾਂ ਨੂੰ ਪਰਮੇਸ਼ਰ ਨੇ ਚੰਗੀ ਦਾਤ ਦੇਣੀ ਹੁੰਦੀ ਉਹਨਾਂ ਨੂੰ ਲੇਟ ਦਿੰਦਾ ਹੈ, ਨਾਮ ਜਪਾ ਕੇ ਦਿੰਦਾ ਹੈ, ਪੁੰਨ ਦਾਨ ਕਰਾ ਕੇ ਦਿੰਦਾ। ਕਈ ਸਾਲ ਉਹ ਭਗਤੀ ਕਰਦੇ, 5 7 10 12 ਸਾਲੀ 20 ਸਾਲੀ ਵੀ ਬੱਚੇ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਕਿੱਡਾ ਪ੍ਰਤਾਪ ਸੀ, ਤੇ ਬਹੁਤ ਲੇਟ ਮਹਾਰਾਜ ਨੇ ਅਵਤਾਰ ਧਾਰਿਆ। ਬੜੀਆਂ ਅੜੀਕਾਂ ਕਰਾਈਆਂ, ਬੜੀ ਭਗਤੀ ਕਰਾਈ ਮਾਤਾ ਗੰਗਾ ਜੀ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਿੰਨੇ ਵੱਡੇ ਅਵਤਾਰ ਗੁਰੂ ਪੈਗੰਬਰ ਸੀ, ਉਨੀ ਹੀ ਜ਼ਿਆਦਾ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਸਨ 6ਵੇਂ ਪਾਤਸ਼ਾਹ। ਉਹ ਸੱਚਖੰਡ ਬਿਰਾਜ ਗਏ। ਮਾਂ ਨੇ ਵੇਖਿਆ ਮੈਂ ਕੱਲੀ ਜੀ ਰਹਿ ਗਈ ਹਾਂ, ਸਭ ਕੁਝ ਪਤੀ ਦੇ ਨਾਲ, ਗੁਰੂ ਹਰਗੋਬਿੰਦ ਸਾਹਿਬ ਨਾਲ ਤਾਂ ਬੜਾ ਕੁਝ ਸੀ, ਪਰ ਹੁਣ ਮਹਾਰਾਜ ਦਰਗਾਹ ਨੂੰ ਚਲੇ ਗਏ। ਹੁਣ ਤਾਂ ਉਹਨਾਂ ਦੀ ਸੂਰਤ ਹੀ ਰਹਿ ਗਈ ਹਿਰਦੇ 'ਚ ਵਸਣ ਵਾਲੀ, ਉਹਨਾਂ ਦਾ ਨਾਮ ਹੀ ਰਹਿ ਗਿਆ ਨਾਨਕੀ ਨੇ। ਬਹੁਤ ਨਾਮ ਜਪਿਆ। ਜਿਹੜੀ ਨੂੰਹ ਆਂਦੀ ਗੁਜਰੀ ਉਹ ਵੀ ਨਾਮ ਦਾ ਹੀ ਜੋਤ ਹੈ, ਸਰੂਪ ਹੈ। ਦਾਜ ਵਿੱਚ ਬੜਾ ਕੁਝ ਦਿੰਦੇ ਆ, ਧੀ ਦੇ ਰੋਕੇ ਵੇਲੇ, ਨੂੰਹ ਦੇ ਰੋਕੇ ਵੇਲੇ ਬੜਾ ਕੁਝ ਕਰਦੇ ਆ। ਨੂੰਹ ਦੀ ਝੋਲੀ ਦੇ ਵਿੱਚ ਸੱਸ ਨੇ 5 ਗ੍ਰੰਥੀ ਪਾਈ ਸੀ। ਆਖੋ ਸ੍ਰੀ ਵਾਹਿਗੁਰੂ। ਅੱਜ ਕੱਲ੍ਹ ਤਾਂ ਲੋਕਾਂ ਨੂੰ ਬਾਣੀ ਨਾਲ ਪਿਆਰ ਨਹੀਂ ਨਾ। 5 ਗ੍ਰੰਥੀ ਵਿੱਚ ਬੜੇ ਪਾਠ ਹੈ। ਜਪਜੀ ਸਾਹਿਬ ਸ਼ਬਦ ਹਜ਼ਾਰੇ, ਸੁਖਮਨੀ ਸਾਹਿਬ, ਬਾਹਮਣ ਅਖਰੀ, ਸਿੱਧ ਗੋਸ਼ਟ, ਰਹਿ ਰਾਸ ਕੀਰਤਨ ਸੋਹਿਲਾ, ਹੋਰ ਬੇਅੰਤ ਬਾਣੀਆਂ। ਉਹਨੂੰ 5 ਗ੍ਰੰਥੀ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹੈਗੀ 10 ਗ੍ਰੰਥੀ। ਆਪਾਂ ਤਾਂ ਕਈਆਂ ਨੇ ਦਰਸ਼ਨ ਹੀ ਨਹੀਂ ਕੀਤੇ। ਉਹ ਗੁਰਸਿੱਖ ਪੂਰੇ ਜਿਹੜੇ ਅੰਮ੍ਰਿਤਧਾਰੀ ਨਿਹੰਗ ਸਿੰਘ ਜਾਂ ਟਕਸਾਲ ਦੇ ਵਿੱਚ ਸਿੰਘ ਨੇ, ਹੋਰ ਸੰਪਰਦਾਵਾਂ 'ਚ ਜਿਨ੍ਹਾਂ ਨੂੰ ਬਾਣੀ ਨਾਲ ਬੜਾ ਪਿਆਰ ਹੈ, ਉਹ ਫਿਰ 10 ਗ੍ਰੰਥੀ ਦਾ ਪਾਠ ਕਰਦੇ ਆ, ਤੇ ਪਾਠ ਕਰਕੇ ਫਿਰ ਅੰਨ ਖਾਂਦੇ ਆ। 5 ਗ੍ਰੰਥੀ ਦਾ ਪਾਠ, ਫਿਰ 10 ਗ੍ਰੰਥੀ ਦਾ ਪਾਠ। ਬਾਬਾ ਦੀਪ ਸਿੰਘ ਜੀ ਦੇ ਜਿਹੜਾ ਕਮਰ ਕੱਸੇ ਦਾ ਗੁਟਕਾ ਸੀ ਬਾਣੀ ਦਾ, ਉਹਦੇ ਵਿੱਚ ਬਹੁਤ ਬਾਣੀਆਂ ਸੀ, ਬਹੁਤ ਵੱਡਾ ਸੀ। ਸਾਰਾ ਬਾਬਾ ਦੀਪ ਸਿੰਘ ਜੀ ਸਾਰੇ ਦਾ ਪਾਠ ਕਰਦੇ ਸੀ। ਇਹ ਸ਼ਕਤੀ ਬਾਣੀ ਨਾਲ ਹੀ ਮਿਲਦੀ ਹੈ। ਕਹਿੰਦੇ ਨੇ ਬਹੁਤ ਸਿੱਖਾਂ ਦੇ ਯੁੱਧ ਹੋਏ, ਬੜੇ ਤਰੀਕੇ ਸਿੱਖ ਮਾਰਨੇ ਸ਼ੁਰੂ ਕੀਤੇ, ਪਰ ਮਰਨ ਨਾ, ਦੂਣੇ ਪੈਦਾ ਹੋਈ ਜਾਣ। ਜਿਵੇਂ ਜਿਵੇਂ ਕਹਿੰਦੇ ਮਾਰਦਾ ਸੀ, ਦੂਣੇ ਚੌਣੇ ਹੋਈ ਜਾਂਦੇ ਸੀ। ਸੋਇਆ ਜਿੰਨਾ ਉਹਨਾਂ ਨੂੰ ਵੱਢੀਏ ਉਨੇ ਹੀ ਜ਼ਿਆਦਾ ਹੁੰਦੇ। ਉਹਨਾਂ ਕਿਹਾ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਵੇਂ ਜਿਵੇਂ ਸਾਨੂੰ ਵੱਢਦਾ ਅਸੀਂ ਦੂਣੇ ਚੌਣੇ ਹੋਏ।
ਇਹ ਨਾਮ ਭਗਤੀ ਦੇ ਨਾਲ, ਪ੍ਰਤਾਪ ਨਾਲ 5 ਗ੍ਰੰਥੀ ਦਾ ਪਾਠ, 10 ਗ੍ਰੰਥੀ ਦਾ ਪਾਠ, 5 ਬਾਣੀਆਂ, 10 ਬਾਣੀਆਂ, 15 ਬਾਣੀਆਂ ਗੁਰਸਿੱਖ, 52 ਬਾਣੀਆਂ ਦੇ ਕਈ ਗੁਰਸਿੱਖ ਪਾਠ ਕਰਦੇ। ਉਹਨੇ ਉਹਨਾਂ ਦੇ ਚਿਹਰਿਆਂ ਤੇ ਜਲਾਲ ਤੇ ਅੰਦਰ ਉਹਨਾਂ ਦੇ ਅਖੰਡ ਜੋਤਾਂ ਚੱਲਦੀਆਂ, ਅੰਦਰ ਬੜੇ ਤਗੜੇ ਨੇ ਉਹਨਾਂ, ਉਹ ਡੋਲਦੇ ਨਹੀਂ। ਬਾਣੀ ਦਾ ਪ੍ਰਤਾਪ ਹੈ। ਜਿਹੜਾ ਬੰਦਾ ਵਿਸ਼ੇ ਵਿਕਾਰ ਪਾਪ ਕਰਨ ਵਾਲਾ ਬੜਾ ਹੀ ਕਮਜ਼ੋਰ ਹੁੰਦਾ ਅੰਦਰੋਂ, ਤੇ ਜਿਹੜਾ ਬਾਣੀ ਪੜਨ ਵਾਲਾ ਅੰਦਰੋਂ ਤਗੜਾ ਬਹੁਤ ਹੁੰਦਾ ਹੈ। ਇਹ ਪ੍ਰਤਾਪ ਬਾਣੀ ਦਾ ਹੈ, ਨਾਮ ਦਾ ਹੈ, ਨਾਮ ਦਾ ਪ੍ਰਤਾਪ ਸਾਰਾ। ਬਾਣੀ ਪੜ੍ਹੀ ਜਾਓ, ਸੁਣੀ ਜਾਓ, ਸਾਰੇ ਫਲ ਗੁਰੂ ਸਾਹਿਬ ਨੇ ਦਿੱਤੇ ਆ। ਨਾਮ ਦਾ ਪ੍ਰਤਾਪ ਹੈ ਭਾਈ ਬਾਣੀ ਦਾ। ਇਹਦੇ ਤੋਂ ਹੀ ਰਾਜ ਭਾਗ ਮਿਲਦੇ, ਇਹਦੇ ਤੋਂ ਹੀ ਸੁੱਖ ਮਿਲਦੇ। ਇਹਨੂੰ ਵੱਧ ਤੋਂ ਵੱਧ ਸੁਣੋ, ਵੱਧ ਤੋਂ ਵੱਧ ਪਾਠ ਕਰੋ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਭਗਤੀ में शक्ति, ਭਗਤੀ में शक्ति। ਇਹਨਾਂ ਨੇ ਕਿਹਾ ਵੀ ਸਿੱਖ ਮਰਦੇ ਕਿਉਂ ਨਹੀਂ? ਜਿਹੜੇ ਉਸ ਸਮੇਂ ਦੀ ਸੀ ਹਾਕਮ ਸੀ, ਮੁਗਲ ਰਾਜੇ ਸੀ, ਉਹਨਾਂ ਨੇ ਕਿਹਾ ਜੀ ਇਹ ਮਰਦੇ ਨਹੀਂ, ਇਹ ਅੰਮ੍ਰਿਤਸਰ ਦਾ ਪਾਣੀ ਪੀਂਦੇ ਆ, ਆਖੋ ਇਹ ਮਰਦੇ ਨਹੀਂ। ਉਸ ਸਰੋਵਰ 'ਚ ਗੁਰੂ ਸਾਹਿਬ ਨੇ ਸ਼ਕਤੀਆਂ ਬਹੁਤ ਭਰੀਆਂ। ਗੁਰੂਆਂ ਨੇ ਖੁਦ ਬਣਾਇਆ। ਗੁਰੂ ਅਰਜਨ ਸਾਹਿਬ ਨੇ ਸੇਵਾ ਕੀਤੀ ਸਰੋਵਰ 'ਚ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ, ਗੁਰੂ ਰਾਮਦਾਸ ਨੇ ਕੀਤੀ, ਮਾਤਾ ਭਾਨੀ ਜੀ, ਮਾਤਾ ਗੰਗਾ ਜੀ ਨੇ, ਸਾਰਿਆਂ ਨੇ ਸੇਵਾ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਰੇ ਪਰਿਵਾਰ ਨੇ, ਭਾਈ ਸਾਲੋ ਜੀ, ਬਾਬਾ ਬੁੱਢਾ ਜੀ, ਬੜੀਆਂ ਬਖਸ਼ੀਆਂ ਰੂਹਾਂ, ਜਿਹੜੇ ਬਾਣੀ ਹੀ ਪੜ੍ਹਦੇ ਸੀ। ਐਡੇ ਸਿੱਖ ਪ੍ਰਤਾਪ ਵਾਲੇ ਹੋ ਗਏ ਸੀ, ਬਾਣੀ ਪੜ੍ਹਦੇ ਸੀ। ਤੇ ਜਦੋਂ ਦਰਿਆ ਪਾਰ ਕਰਦੇ ਸੀ ਨਾ, ਘੋੜੇ ਤੇ ਚੜ੍ਹੀ, ਘੋੜਾ ਵੀ ਗਿੱਲਾ ਨਹੀਂ ਹੁੰਦਾ ਸੀ, ਉੱਤੇ ਤੁਰ ਪੈਂਦਾ ਸੀ ਪਾਣੀ ਦੇ। ਭਾਈ ਪਾਰੋ ਜੀ ਪਰਮਹੰਸ, ਇੱਕ ਮੁਗਲ ਬਾਦਸ਼ਾਹ ਜਾ ਰਿਹਾ ਸੀ, ਉਹਨੇ ਵੇਖਿਆ ਵੀ ਆਹ ਕਿਹੜਾ ਸਿੱਖ ਹੈ। ਉਹ ਤਾਂ ਬੈਠਾ ਢੀਕ ਕਰ ਰਿਹਾ ਸੀ, ਪਾਣੀ ਉਤਰੇਗਾ ਦਰਿਆ ਦਾ ਫਿਰ ਜਾਵਾਂਗੇ। ਸਿੱਖ ਆਇਆ ਡੱਲਾ ਨੂੰ ਆਸੀ, ਗੋਬਿੰਦਵਾਲ ਨੂੰ ਜਾ ਰਿਹਾ ਸੀ, ਘੋੜੇ ਤੇ ਚੜਿਆ, ਉਵੇਂ ਹੀ ਲੱਗਿਆ ਗਿਆ।
ਉਹਨੇ ਕਿਹਾ ਸੰਤ ਕਿਹੜਾ ਇੰਨੀ ਸ਼ਕਤੀ ਵਾਲਾ? ਉਹਨਾਂ ਪੁੱਛਿਆ ਜੀ, ਕਹਿੰਦੇ ਜੀ ਇਹ ਗੁਰੂ ਦਾ ਸਿੱਖ ਹੈ। ਆਖੋ ਗੁਰੂ ਇਹਨਾਂ ਦਾ ਦਰਿਆਓ ਪਾਰ ਰਹਿੰਦਾ ਹੈ ਤੇ ਇਹਦਾ ਪਿੰਡ ਇੱਧਰ ਡੱਲਾ ਹੈ, ਇਹ ਸ਼ਾਮ ਨੂੰ ਐਵੇਂ ਹੀ ਵਾਪਸ ਮੁੜੇਗਾ। ਆਖੋ ਸੀ ਵਾਹਿਗੁਰੂ। ਦਰਿਆ ਦੇ ਉੱਤੋਂ ਦੀ ਘੋੜੇ ਸਮੇਤ ਲੰਘ ਕੇ ਜਾਏਗਾ। ਬੜੇ ਪ੍ਰਤਾਪ ਵਾਲਾ ਗੁਰਸਿੱਖ ਹੈ। ਉਹ ਮੁਸਲਮਾਨ ਹਾਕਮ ਨੇ ਜਿਹੜਾ ਜਾ ਰਿਹਾ ਸੀ ਅੱਗੇ ਲਾਹੌਰ ਨੂੰ ਦਿੱਲੀ ਤੋਂ, ਉਹਨੇ ਸਾਰਾ ਕੁਝ ਆਪਦਾ ਰਾਜ ਭਾਗ ਆਪਣੇ ਪੁੱਤਰ ਨੂੰ ਦੇਤਾ ਕਿ ਮੈਂ ਤਾਂ ਐਸੀ ਮਹਾਂਪੁਰਸ਼ ਨਾਲ ਰਵਾਂਗਾ। ਆਖੋ ਸੀ ਵਾਹਿਗੁਰੂ। ਇਸੇ ਨਾਲ ਹੀ ਜਾਵਾਂਗਾ, ਗੁਰੂ ਦੇ ਦਰਸ਼ਨ ਕਰਾਂਗਾ। ਜਿਹੜੀ ਦਾਤ ਇਹਨੂੰ ਮਿਲੀ ਹੈ ਮੈਂ ਵੀ ਗੁਰੂ ਤੋਂ ਪ੍ਰਾਪਤ ਕਰਾਂਗਾ। ਉਹ ਮੁਸਲਮਾਨ ਜਿਹੜਾ ਰਾਜਾ ਸੀ ਉਹਨੇ ਪੁੱਤਰ ਨੂੰ ਸਭ ਕੁਝ ਸੰਭਾਲਤਾ, ਆਪ ਉਡੀਕ ਕਰਨ ਲੱਗਾ। ਉਹ ਮਹਾਂਪੁਰਸ਼ ਸੇਵਾ ਕਰਕੇ ਜਦੋਂ ਸ਼ਾਮ ਨੂੰ ਪਰਤੇ ਤੇ ਚਰਨਾਂ ਤੇ ਟੱਠਾ, ਕਹਿੰਦਾ ਮਹਾਰਾਜ ਮੈਨੂੰ ਆਪਣਾ ਸੇਵਕ ਬਣਾ ਲਓ। ਕਹਿੰਦੇ ਸੇਵਕ ਬਣਨਾ ਹੀ ਤੇ ਗੁਰੂ ਅਮਰਦਾਸ ਦਾ ਬਣ। ਇਹ ਮੇਰੇ ਵੱਲ ਨਾ ਦੇਖ ਤੂੰ ਕਿ ਪਾਣੀ ਤੇ ਘੋੜ ਸਵਾਰ ਹੋ ਕੇ ਹੀ ਜਾ ਰਿਹਾ ਹੈ, ਇਹ ਮੇਰੇ ਗੁਰੂ ਵੱਲ ਦੇਖ, ਮੇਰਾ ਗੁਰੂ ਕਿੰਨਾ ਵੱਡਾ ਹੈ। ਆਖੋ ਸ੍ਰੀ ਵਾਹਿਗੁਰੂ। ਗੁਰੂ ਤਾਂ ਵੱਡਾ, ਪਰ ਅਸੀਂ ਨਾ ਨਲਾਇਕ ਬਣੀਏ, ਅਸੀਂ ਵੀ ਲਾਇਕ ਬਣ ਕੇ ਰਹੀਏ। ਬਾਣੀ ਹਿਰਦੇ 'ਚ ਵਸੀ ਹੈ, ਜੇ ਨਹੀਂ ਵਸੀ ਤੇ ਇਹਦਾ ਯਤਨ ਕਰੀਏ। ਬਾਣੀ 'ਚ ਪਿਆਰ ਆਉਂਦਾ ਹੈ, ਨਹੀਂ ਆਉਂਦਾ ਤੇ ਫਿਰ ਯਤਨ ਕਰੀਏ। ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ, ਯਤਨ ਕਰੀਏ, ਦਾਤ ਮੰਗੀਏ। ਪੜ੍ਹੋ ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ। ਨਾਮ ਮਿਲੇ ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ। ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ। ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ। ਨਾਮ ਮਿਲੇ ਤਾਂ ਜੀਵਾ, ਨਾਮ ਮਿਲੇ ਤਾਂ ਜੀਵਾ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ ਤਾਂ ਜੀਵਾ। ਨਾਮ ਮਿਲੇ ਤਾਂ ਜੀਵਾ, ਨਾਨਕ ਨਾਮ ਮਿਲੇ
ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਨਾਮ ਮਿਲੇ ਤਾਂ ਜੀਵਾ ਨਾਨਕ ਨਾਮ ਮਿਲੇ ਤਾਂ ਜੀਵਾ ਉਹ ਰਾਜਾ ਗੁਰੂ ਸਾਹਿਬ ਦੇ ਚਰਨੀ ਲੱਗਿਆ, ਸਭ ਕੁਝ ਛੱਡਤਾ ਵੇਖ ਕੇ ਕਿ ਮੈਂ ਵੀ ਇਹੋ ਜਿਹਾ ਸਿੱਖ ਬਣਨਾ ਹੈ, ਇਹੋ ਜਿਹੇ ਖੁਦਾ ਦੀ ਬੰਦਗੀ ਕਰਨੀ ਹੈ, ਇਹੋ ਜਿਹੀ ਭਗਤੀ ਕਰਨੀ ਹੈ। ਕਹਿੰਦੇ ਇਹੋ ਜਿਹੀ ਭਗਤੀ ਕਰ ਜਿਹੜੇ ਤੇਰੇ ਦੁੱਖ ਗਵਾਵੇ, ਜਿਹੜੀ ਭਗਤੀ ਰੱਬ ਨਾਲ ਮਿਲਾਵੇ, ਜਿਹੜੀ ਭਗਤੀ ਪਾਪ ਅੰਦਰੋਂ ਕੱਢ ਦੇਵੇ। ਸਿੱਖਾਂ ਨੂੰ ਸ਼ਕਤੀ ਮਿਲਦੀ ਏ ਗੁਰੂ ਦੇ ਦੁਆਰਿਆਂ ਤੋਂ ਤੇ ਗੁਰੂ ਤੋਂ ਤੇ ਗੁਰਬਾਣੀ ਤੋਂ, ਮਹਾਂਪੁਰਸ਼ਾਂ ਤੋਂ, ਸਾਧ ਸੰਗਤ ਤੋਂ ਬਲ ਮਿਲਦਾ ਹੈ। ਧੂੜੀ ਚੋਂ ਮਿਲਦਾ ਹੈ, ਦਰਸ਼ਨਾਂ ਚੋਂ ਮਿਲਦਾ ਹੈ, ਸੰਗਤ 'ਚ ਬੈਠਣ ਨਾਲ ਮਿਲਦਾ ਹੈ। ਸੰਗਤ ਵਿੱਚ ਨੀਵੇਂ ਹੋ ਕੇ ਬੈਠੇ ਰਹੋ। ਜਿੰਨੀ ਜਿੰਨੀ ਬਾਣੀ ਪੜ੍ਹਦੇ ਸੀ ਨਾ ਮਹਾਂਪੁਰਖ, ਮਹਾਰਾਜਾ ਰਣਜੀਤ ਸਿੰਘ ਜੀ ਵੀ ਬਹੁਤ ਬਾਣੀਆਂ ਪੜ੍ਹਦੇ ਸੀ ਸਵੇਰੇ ਉੱਠ ਕੇ। ਜਦੋਂ ਤੱਕ ਬਾਣੀ ਦਾ ਭੋਗ ਨਹੀਂ ਪੈਂਦਾ ਸੀ ਉਦੋਂ ਤੱਕ ਕਿਸੇ ਨੂੰ ਮਿਲਦੇ ਨਹੀਂ ਸੀ, ਭਾਵੇਂ ਜੋ ਮਰਜ਼ੀ ਹੋ ਜੇ। ਬਾਣੀਆਂ ਦੇ ਪਾਠ ਕਰਕੇ, ਆਸਾ ਦੀ ਵਾਰ ਦੇ ਪਾਠ ਕਰਕੇ, ਸੁਖਮਣੀ ਸਾਹਿਬ ਦੇ ਸਾਰੀਆਂ ਗੁਰੂ ਦੀਆਂ ਬਾਣੀਆਂ ਪੜ੍ਹ ਕੇ, ਅਰਦਾਸ ਕਰਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਿਰ ਕੋਈ ਕੰਮ ਕਰਦੇ ਸੀ ਤੇ ਫਤਿਹ ਉਹਨਾਂ ਦੇ ਚਰਨ ਚੁੰਮਦੀ ਸੀ। ਜਿਹੜੇ ਇੰਨੇ ਬਾਣੀ ਪੜ੍ਹਨ ਚ ਦਲੇਰ ਨੇ, ਸਵੇਰੇ ਉੱਠਣ ਚ ਦਲੇਰ ਹੈ, ਦੁਨੀਆ ਦੀ ਹਰ ਚੀਜ਼ ਉਹਦੇ ਪਿੱਛੇ ਲੱਗਦੀ, ਉਹਦੇ ਕੋਲ ਚੱਲ ਕੇ ਆਉਂਦੀ, ਜਿਹੜਾ ਸਵੇਰੇ ਉੱਠਣ ਦਾ ਦਲੇਰ ਹੈ। ਬਾਣੀ ਪੜ੍ਹਨ ਤੇ ਕੀਰਤਨ ਕਰਨ, ਗੁਰੂ ਸਾਹਿਬ ਦੀ ਸੇਵਾ ਕਰਨ ਚ ਹਿੰਮਤ ਹੈ। ਬਾਬਾ ਕੁੰਦਨ ਸਿੰਘ ਮਹਾਰਾਜ ਜੀ ਸੀ, ਬਾਬਾ ਖੇਮ ਸਿੰਘ ਜੀ ਮਹਾਰਾਜ ਵਿੱਚ ਸੀ, ਬੜੇ ਮਹਾਂਪੁਰਖਾਂ ਵਿੱਚ ਸੀ ਨਾਨਕਸਰ ਦੇ। ਉਹਨਾਂ ਨੂੰ ਪਤਾ ਹੀ ਨਹੀਂ ਸੀ ਆਲਸ ਦਲਿੱਦਰ ਚੀਜ਼ ਕੀ ਹੈ, ਉਹਨਾਂ ਨੇ ਬਾਹਰ ਸਿੱਟਿਆ ਹੋਇਆ ਸੀ। ਹਰ ਸਮੇਂ ਗੁਰਬਾਣੀ ਨਾਲ ਜੁੜੇ ਰਹੋ, ਅੰਦਰ ਸ਼ਕਤੀ ਸਮਾਉਂਦੀ ਜਾਏਗੀ। ਵਿਕਾਰ ਨਾਲ ਜੁੜੋਗੇ, ਮਾੜੀਆਂ ਗੱਲਾਂ ਨਾਲ ਜੁੜੋਗੇ, ਮਾੜਾ ਵੇਖਣੇ ਨਾਲ ਜੁੜੋਗੇ, ਖਾਣੇ ਨਾਲ ਜੁੜੋਗੇ, ਰੋਗੀ ਹੁੰਦਾ ਜਾਏਗਾ ਸਰੀਰ, ਸਰੀਰ ਕਮਜ਼ੋਰ, ਬਿਮਾਰੀਆਂ ਪੈਦਾ ਹੁੰਦੀਆਂ ਜਾਣਗੀਆਂ, ਸਰੀਰ ਦੀਆਂ ਨਸਾਂ ਵਿੱਚ ਤਾਕਤ ਨਹੀਂ ਰਹੇਗੀ। ਦੁਖੀ ਹੋ ਕੇ ਜੀਵਨ ਕੱਟੇਗਾ। ਇਹ ਅੰਦਰ ਸ਼ਕਤੀ ਪ੍ਰਾਪਤ ਹੁੰਦੀ ਬਾਣੀ ਨਾਲ।
ਗੁਰਬਾਣੀ ਪੜੋ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਸਾਰੇ ਜਪੋ ਬਾਣੀ ਪੜਿਆ ਕਰੋ ਜੀ ਸਾਰੇ ਭਾਈ ਬੋਲੋ ਬਾਣੀ ਸੁਣਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਚਲੋ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਪੜ੍ਹਦੇ ਸੁਣਦੇ ਹੋਏ ਪਣੀਤ ਸਾਡੇ ਸਤਿਗੁਰ ਦੀ ਹੈ ਰੀਤ ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ ਗਏ ਜਨਮ ਪਦਾਰਥ ਜੀਤ ਸਾਰੇ ਜਪੋ ਪੜ੍ਹਦੇ ਸੁਣਦੇ ਹੋਏ ਪਣੀਤ ਸਾਡੇ ਸਤਿਗੁਰਾਂ ਦੀ ਹੈ ਰੀਤ ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ ਗਏ ਜਨਮ ਪਦਾਰਥ ਜੀਤ ਸਾਰੇ ਜਪੋ ਪੜ੍ਹਦੇ ਸੁਣਦੇ ਹੋਏ ਪਣੀਤ ਮੇਰੇ ਸਤਿਗੁਰਾਂ ਦੀ ਰੀਤ ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ ਗਏ ਜਨਮ ਪਦਾਰਥ ਜੀਤ ਪੜ੍ਹਦੇ ਸੁਣਦੇ ਹੋਏ ਪਣੀਤ ਮੇਰੇ ਸਤਿਗੁਰਾਂ ਦੀ ਰੀਤ ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ ਗਏ ਜਨਮ ਪਦਾਰਥ ਜੀਤ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਪੜਿਆ ਕਰੋ ਜੀ ਬਾਣੀ ਸੁਣਿਆ ਕਰੋ ਜੀ ਬਾਣੀ
ਬਾਣੀ ਪੜਿਆ ਕਰੋ ਜੀ। ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ ਜੀ, ਬਾਣੀ ਪੜਿਆ ਕਰੋ ਜੀ। ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ ਜੀ, ਬਾਣੀ ਪੜਿਆ ਕਰੋ ਜੀ। ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ ਜੀ, ਬਾਣੀ ਪੜਿਆ ਕਰੋ ਜੀ। ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ ਜੀ, ਬਾਣੀ ਪੜਿਆ ਕਰੋ ਜੀ। ਉਹ ਪੜਦੇ ਸੁਣਦੇ ਹੋਏ ਪਣੀਤ, ਸਾਡੇ ਸਤਿਗੁਰਾਂ ਦੀ ਰੀਤ, ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ, ਗਏ ਜਨਮ ਪਦਾਰਥ ਜੀਤ। ਸਾਰੇ ਜਪੋ। ਪੜਦੇ ਸੁਣਦੇ ਹੋਏ ਪਣੀਤ, ਸਾਡੇ ਸਤਿਗੁਰਾਂ ਦੀ ਹੈ ਰੀਤ, ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ, ਗਏ ਜਨਮ ਪਦਾਰਥ ਜੀਤ। ਬਾਣੀ ਬੋਲੋ ਜੀ, ਬੋਲੋ ਜੀ। ਬਾਣੀ ਸੁਣਿਆ ਕਰੋ ਜੀ, ਬਾਣੀ ਪੜਿਆ ਕਰੋ ਜੀ, ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ ਜੀ, ਬਾਣੀ ਪੜਿਆ ਕਰੋ ਜੀ। ਪੜਦੇ ਸੁਣਦੇ ਹੋਏ ਪਣੀਤ, ਸਾਡੇ ਸਤਿਗੁਰਾਂ ਦੀ ਰੀਤ, ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ, ਗਏ ਜਨਮ ਪਦਾਰਥ ਜੀਤ। ਪੜਦੇ ਸੁਣਦੇ ਹੋਏ ਖੁੱਲ ਕੇ ਬੋਲੋ। ਸਾਡੇ ਸਤਿਗੁਰਾਂ ਦੀ ਰੀਤ, ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ, ਗਏ ਜਨਮ ਪਦਾਰਥ ਜੀਤ। ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ ਜੀ, ਬਾਣੀ ਪੜਿਆ ਕਰੋ ਜੀ, ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ ਜੀ, ਬਾਣੀ ਪੜਿਆ ਕਰੋ ਜੀ। ਪੜਦੇ ਸੁਣਦੇ ਹੋਏ ਪਣੀਤ, ਸਾਡੇ ਸਤਿਗੁਰਾਂ ਦੀ ਰੀਤ, ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ, ਗਏ ਜਨਮ ਪਦਾਰਥ ਜੀਤ। ਪੜਦੇ ਸੁਣਦੇ ਹੋਏ ਪੁਨੀਤ, ਸਾਡੇ ਸਤਿਗੁਰਾਂ ਦੀ ਹੈ ਰੀਤ, ਜਿਨ੍ਹਾਂ ਲਾਈ ਨਾਮ ਨਾਲ ਪ੍ਰੀਤ, ਗਏ ਜਨਮ ਪਦਾਰਥ ਜੀਤ। ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ ਜੀ, ਬਾਣੀ ਪੜਿਆ ਕਰੋ ਜੀ, ਬਾਣੀ ਪੜਿਆ ਕਰੋ ਜੀ, ਬਾਣੀ ਸੁਣਿਆ ਕਰੋ ਜੀ। ਇਹਨਾਂ ਦਾ ਕੀ ਲਾਭ ਹੈ? ਕਹਿੰਦੇ ਜਦੋਂ ਤੁਸੀਂ ਛੱਡੋਗੇ, ਇਹ ਜਿੱਥੋਂ ਆਇਆ ਉੱਥੇ ਚਲੇ ਜਾਣਗੇ। ਜਿਹਦੇ ਨਾਲ ਕੋਈ ਚੀਜ਼ ਬਣੋਗੇ ਵੀ, ਉਹ ਵੀ ਨਾਲ ਹੀ ਚਲੀ ਜਾਏਗੀ। ਗੁਰੂ ਸਾਹਿਬ ਨੇ ਤੀਰ ਦੇ ਨਾਲ ਖੰਭ ਲਾ ਕੇ ਉਹ ਤੀਰ ਛੱਡੇ। ਸਿੱਖਾਂ ਨੂੰ ਭੇਜਿਆ, ਜਾਓ ਲੱਭ ਕੇ ਲਿਆਓ। ਉਹਨਾਂ 'ਚ ਕੋਈ ਵੀ ਤੀਰ, ਕੋਈ ਵੀ ਖੰਭ ਨਹੀਂ ਲੱਭਿਆ। ਵਾਪਸ ਆ ਗਏ, ਪੁੱਛਿਆ ਮਹਾਰਾਜ ਵੀ ਲੱਭੇ ਨਹੀਂ, ਕੀ ਕਾਰਨ? ਕਹਿੰਦੇ ਭਾਈ ਇਹ ਜਿਸੇ ਆਕਾਸ਼ਾਂ ਸਵਰਗਾਂ ਦੇ ਵਿੱਚ ਉਹ ਪੰਛੀ ਹੈ ਨਾ, ਉਹ ਖੰਭ ਤੀਰ ਵੀ ਨਾਲ ਲੈ ਗਏ। ਸਮਝੇ ਇਹਦਾ ਭਾਵ? ਕਹਿੰਦੇ ਜੀ ਸਮਤ ਬਖਸ਼ੋ। ਗੁਰੂ ਸਾਹਿਬ ਕਹਿੰਦੇ ਆ ਜਿਹੜੀ ਤੁਸੀਂ ਬਾਣੀ ਪੜ੍ਹਦੇ ਜੇ ਨਾ, ਇਹ ਬਾਣੀ ਵੀ ਸੱਚਖੰਡ ਚੋਂ ਆਈ। ਉਹ ਤੀਰ ਵੀ, ਉਹ ਖੰਭ ਵੀ ਉੱਥੋਂ ਆਏ, ਉੱਥੋਂ ਦਾ ਪੰਛੀ। ਤੀਰਾਂ ਨੂੰ ਵੀ ਨਾਲ ਲੈ ਗਏ ਖੰਭ। ਤੇ ਜਿਹੜਾ ਸਿੱਖ ਬਾਣੀ ਨਾਲ ਪ੍ਰੀਤ ਕਰੇਗਾ ਨਾ, ਬਾਣੀ ਨਾਲ ਜੁੜੇਗਾ,
ਬਾਣੀ ਪੜੇਗਾ। ਇਹ ਬਾਣੀ ਜਿੱਥੋਂ ਆਈ ਹੈ ਬਾਬੇ ਨਾਨਕ ਦੇ ਮੁਖ ਚੋਂ ਆਈ, ਬਾਬੇ ਨਾਨਕ ਕੋਲ ਲੈ ਜਾਏਗੀ, ਗੁਰੂ ਅੰਗਦ ਸਾਹਿਬ ਜੀ ਕੋਲ ਲੈ ਜਾਏਗੀ, 10 ਗੁਰੂਆਂ ਕੋਲ ਲੈ ਜਾਏਗੀ, ਸੰਤ ਭਗਤ ਕਬੀਰ ਜੀ ਮਹਾਂਪੁਰਖਾਂ ਦੀ ਜਿਨ੍ਹਾਂ ਦੀ ਬਾਣੀ ਉਹਨਾਂ ਕੋਲ ਤੁਹਾਨੂੰ ਲੈ ਜਾਏਗੀ। ਸਾਰੇ ਗੁਰੂ ਪੀਰ ਮਹਾਂਪੁਰਸ਼ ਕਹਿੰਦੇ ਬਾਣੀ ਆਈ ਸੱਚਖੰਡ ਚ, ਤੇ ਸੱਚਖੰਡ ਦੇ ਵਿੱਚ ਹੀ ਲੈ ਜਾਏਗੀ। ਆਖੋ ਸ੍ਰੀ ਵਾਹਿਗੁਰੂ। ਸੱਚਖੰਡ ਦੇ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਵਟਾਈ। ਗੁਰੂ ਨਾਨਕ ਸਾਹਿਬ ਕਹਿੰਦੇ ਮੇਰੇ ਖਸਮ ਦੀ ਬਾਣੀ, ਤੈਸੜਾ ਕਰੀ ਗਿਆਨ ਵੇਲਾ ਲੋ, ਮੇਰਾ ਖਸਮ ਹੈ ਰੱਬ ਪਰਮਾਤਮਾ ਪਰਮੇਸ਼ਰ ਕਰਤਾਰ, ਉਸ ਦੀ ਬਾਣੀ। ਇਹ ਬਾਣੀ ਤੁਹਾਨੂੰ ਇੰਨਾ ਉੱਚਾ ਲੈ ਜਾਏਗੀ, ਸਭ ਤੇ ਉੱਚ ਪਾਏ ਸਥਾਨ। ਕਹਿੰਦੇ ਸੁਖਮਨੀ ਸਾਹਿਬ ਨਾਲ ਪ੍ਰੀਤ ਕਰਨ ਵਾਲਾ ਬਾਣੀ ਨਾਲ ਸਾਰਿਆਂ ਤੋਂ ਉੱਚਾ ਸਥਾਨ ਪ੍ਰਾਪਤ ਹੋਏਗਾ। ਸਭ ਤੇ ਨਾਨਕ ਸਭ ਤੇ ਉੱਚ ਤਾਂ ਕੀ ਸੋਭਾ ਬਣੀ, ਸਾਰਿਆਂ ਤੋਂ ਉੱਚੀ ਉਹਦੀ ਸੋਭਾ ਬਣੇਗੀ। ਨਾਨਕੇ ਗੁਣ ਨਾਮ ਸੁਖਮਣੀ, ਇਹ ਸੁਖਮਣੀ ਸਾਹਿਬ ਵਿੱਚ ਗੁਣ ਹੈਗਾ ਜੀ। ਆਖੋ ਵਾਹਿਗੁਰੂ। ਭੱਜ ਨਾ ਜਾਇਆ ਕਰੋ ਸੁਖਮਣੀ ਕਰਨ ਵੇਲੇ। ਸੁਖਮਣੀ ਕਰਨ ਵੇਲੇ ਕਰਮ ਮਾੜੇ ਆ ਜੇ ਸਾਨੂੰ ਚਾਅ ਨਾ ਚੜੇ। ਸੁਖਮਣੀ ਸਾਹਿਬ ਸੁਣਨ ਵੇਲੇ ਸੁਖਮਣੀ ਦੇ ਗੁਣ ਤਾਂ ਵੇਖੋ, ਗੁਣਾਂ ਨਾਲ ਭਰੀ ਹੋਈ ਸੁਖਮਣੀ ਸਾਹਿਬ ਦੀ ਬਾਣੀ। ਸੁਖਮਣੀ ਸੁਖ ਅੰਮ੍ਰਿਤ ਭਰਾਵਣ ਨਾਮ, ਭਗਤ ਜਨਾ ਕੇ ਮਨ ਵਿਸਰਾਮ। ਤੂੰ ਭਗਤ ਕਿਵੇਂ ਬਣੇਗਾ, ਤੇਰਾ ਮਨ ਕਿਵੇਂ ਵਿਸਰਾਮ ਕਰੇਗਾ, ਕਿਵੇਂ ਟਿਕੇਗਾ? ਸੁਖਮਣੀ ਦਾ ਅੰਮ੍ਰਿਤ ਨਾਮ ਛਕ, ਸੁੱਖਾਂ ਨੂੰ ਦੇਣ ਵਾਲੀ ਸੁਖਮਣੀ ਦਾ ਅੰਮ੍ਰਿਤ ਨਾਮ ਜਪ, ਤਾਂ ਹੀ ਤੇਰੇ ਮਨ ਨੂੰ ਟਿਕਾਓ ਮਿਲੇਗਾ ਨਾ, ਤਾਂ ਹੀ ਇਹ ਵਿਸਰਾਮ ਕਰੇਗਾ, ਨਹੀਂ ਤਾਂ ਨਹੀਂ ਟਿਕੇਗਾ, ਇਹ ਪਾਪੀ ਬਣਿਆ ਰਹੇਗਾ। ਕੋਈ ਨਹੀਂ ਆਸਰਾ ਸੁਖਮਨੀ ਸਾਹਿਬ ਦਾ, ਬਾਣੀ ਦਾ ਆਸਰਾ ਲਓ। ਬਾਣੀ ਪੜ੍ਹੀ ਜਾਓ, ਸੁਣੀ ਜਾਓ, ਗਾਈ ਜਾਓ, ਬਾਣੀ ਦਾ ਪ੍ਰਤਾਪ ਚੱਲੀ ਜਾਏ, ਤੁਹਾਡਾ ਮਨ ਭਿੱਜਿਆ ਰਵੇ। ਧੱਕੇਸ਼ਾਹੀ ਨਾਲ ਨਾ ਆਵੋ ਪਾਠ ਕਰਨ ਵਾਸਤੇ, ਧੱਕੇਸ਼ਾਹੀ ਨਾਲ ਸੁਖਮਨੀ ਸਾਹਿਬ ਦੀ ਰੌਲ ਤੇ ਨਾ ਬੈਠੋ। ਇਹਨੂੰ ਪਿਆਰ ਤੇ ਉਤਸ਼ਾਹ ਦੇ ਕੇ ਬਿਠਾਓ, ਚਾਹ ਚੜ ਜੇ ਤੁਹਾਨੂੰ, ਤਾਂ ਹੀ ਪਾਪ ਸੜਨਗੇ, ਬੁੱਧ ਕਿੱਥੋਂ ਬਦਲੇਗੀ। ਮਾੜਾ ਖਾਣਾ ਤੇ ਮਾੜਾ ਬੋਲਣਾ, ਮਾੜਾ ਸੋਚਣਾ, ਤੇ ਫਿਰ ਗੱਲ ਕਿਵੇਂ ਬਣੇਗੀ? ਚੰਗਿਆਂ ਵਿੱਚ ਨਿਵਾਸ ਕਰੋ। ਕਹਿੰਦੇ ਇੱਕ ਪੈਰ ਤਾਂ ਨਾਮ ਜਪਣਾ ਚਾਹੀਦਾ 3 ਘੰਟੇ, ਬਾਕੀ 8 ਪੈਰ ਨੇ ਦਿਨ ਦੇ, ਬਾਕੀ ਰਹਿ ਗਏ 7 ਪੈਰ। 7 ਪੈਰਾਂ ਵਿੱਚ 7 ਕਰੋ, 7 ਚੰਗਾ ਕੰਮ ਕਰੋ, ਸੱਚਾ ਕੰਮ। 7 ਪਹਿਰੀ 7 ਭਲਾ ਬਈਏ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਏ ਕੋ ਕੂੜੇ ਘਟੇ ਰਾਸ। ਚੌਥੇ ਪੈਰ ਸੁਭਾ ਕੇ ਸੁੱਤਿਆਂ ਉਪਜੇ ਚਾਓ, ਤਿੰਨਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ। ਚੌਥਾ ਪੈਰ ਆਇਆ ਸੁਬਹ ਦਾ ਤੇ ਚਾਹ ਚੜ ਗਏ। ਦਰਿਆਵਾਂ ਨਾਲ ਦੋਸਤੀ, ਉਦੋਂ ਨਲਕੇ ਨਹੀਂ ਸੀ, ਟਿਊਬਵੈੱਲ ਨਹੀਂ ਸੀ, ਖੂਹ ਨਹੀਂ ਸੀ, ਬੋਰ ਨਹੀਂ ਸੀ। ਦੂਰ ਦਰਿਆਵਾਂ ਤੇ ਜਾ ਕੇ ਕਹਿੰਦੇ ਦਰਿਆਵਾਂ ਨਾਲ ਯਾਰੀ ਏ। 2 ਵਜੇ ਉੱਠ ਕੇ ਤੁਰ ਪਏ ਨੇ ਦਰਿਆ ਤੇ ਨਹਾਉਣ। ਮਨ ਦੇ ਮੁਖ ਦੇ ਅੰਦਰ ਸੱਚਾ ਨਾਮ ਹੈ, ਮਨ ਮੁਖ ਸੱਚਾ ਨਾਮ। ਇਸ਼ਨਾਨ ਕਰਨ ਲਈ ਤੁਰ ਪਵੋ,
ਉੱਠਦਿਆਂ ਕਸ਼ਹਿਰਾ ਪਰਨਾ ਚੱਕਿਆ। ਸਾਨੂੰ ਵੀ ਬਾਬਾ ਜੀ ਉਠਾਉਂਦੇ ਸੀ। ਬਾਹਰ ਨਲਕਾ ਸੀ, ਉੱਥੇ ਨਹਾਉਣ ਜਾਈਦਾ ਸੀ। ਕਸ਼ਹਿਰਾ ਤੇ ਪਰਨਾ ਲਿਆ, ਦਾਤਨ ਪਾਈ ਮੂੰਹ 'ਚ ਤੇ ਤੁਰੇ ਗਏ। ਛੋਟੇ ਛੋਟੇ ਸੀ। ਬਾਬਾ ਜੀ ਨੇ ਮੈਨੂੰ ਉਠਾਇਆ, ਚੱਕ ਦਾਤਨ ਦਿੱਤੀ। ਪਰ ਹੁਣ ਸੁੱਤਾ ਪਿਆ ਸੀ, ਮੇਰੀ ਅੱਖਾਂ ਬੰਦ ਸੀ। ਕਸ਼ਹਿਰਾ ਮੇਰਾ ਪਿਆ ਸੀ ਕੋਠੇ ਤੇ। ਮੈਂ ਦਾਤਨ ਪਾਈ ਮੂੰਹ 'ਚ, ਉਵੇਂ ਅੱਧ ਸੁੱਤਾ ਜਿਹਾ ਬਾਬਾ ਜੀ ਨੇ ਉਠਾਇਆ, ਦਾਤਨ ਫੜਾਈ, ਮੂੰਹ 'ਚ ਪਾਈ, ਪੌੜੀਆਂ ਚੜ੍ਹ ਗਿਆ। ਤੇ ਉਹ ਦਰਵਾਜ਼ਾ ਜਿਹੜਾ ਸੀ ਨਾ, ਪੌੜੀਆਂ ਕੋਠੇ ਦੇ ਉੱਤੇ, ਉਹ ਬੰਦ ਹੋ ਜਾਂਦਾ ਸੀ ਜਦੋਂ ਲੰਘੀਦਾ ਸੀ ਆਪਣੇ ਆਪ ਹੀ। ਉਹਦੀ ਉਲਾਰੀ ਅੰਦਰ ਨੂੰ ਸੀ, ਕੋਈ ਸਪਰਿੰਗ ਨਹੀਂ ਲੱਗਿਆ ਸੀ, ਉਹਦਾ ਉਲਾਰ ਹੀ ਐਵੇਂ ਸੀ। ਦਾਤਨ ਮੂੰਹ 'ਚ ਪਾਈ ਤੇ ਦਰਵਾਜ਼ਾ ਮੁੜਦਿਆਂ ਕਸ਼ਹਿਰਾ ਚੱਕ ਲਿਆ ਤੇ ਅੱਖਾਂ ਪੂਰੀਆਂ ਖੁੱਲੀਆਂ ਨਹੀਂ ਸੀ। ਦਾਤਨ ਮੂੰਹ 'ਚ ਤੇ ਮੈਂ ਵਾਪਸ ਜਦੋਂ ਮੁੜਿਆ, ਦਾਤਨ ਵੱਜੀ ਦਰਵਾਜ਼ੇ 'ਚ ਤੇ ਅੰਦਰ ਵੱਜੀ ਮੇਰੇ ਸੰਘ 'ਚ, ਜ਼ਖਮ ਹੋ ਗਿਆ। ਬਾਬਾ ਜੀ ਦਾ ਸੇਵਕ ਡਾਕਟਰ ਸੀ ਜਗਰਾਉਂ, ਉਹਦੇ ਕੋਲ ਚਲਾ ਗਿਆ ਮੈਂ ਦਵਾਈ ਲੈਣ। ਜੀ ਮੇਰੇ ਸੰਘ 'ਚ ਜ਼ਖਮ ਹੋਇਆ। ਕਹਿੰਦੇ ਇੱਥੇ ਸੱਟ ਕਿਵੇਂ ਵੱਜ ਗਈ? ਡਾਕਟਰ ਨੇ ਸੰਘ ਖੋਲ੍ਹਿਆ, ਵੇਖਿਆ ਵੀ ਇੱਥੇ ਤੇਰੇ ਸੱਟ ਕਿਵੇਂ ਵੱਜ ਗਈ। ਫਿਰ ਮੈਨੂੰ ਸੁਣਾਈ ਸਾਰੀ ਗੱਲ ਕਿ ਮੈਂ ਸੌਂ ਗਿਆ ਸੀ ਤੇ ਦਰਵਾਜ਼ੇ 'ਚ ਦਾਤਨ ਵੱਜੀ ਤੇ ਦਾਤਨ ਨੇ ਅੰਦਰ ਸੰਘ 'ਚ ਵੱਜੀ ਜ਼ੋਰ ਦੀ, ਅੰਦਰ ਜ਼ਖਮ ਹੋ ਗਿਆ। ਇਹ ਗੁਰੂ ਦੇ ਚਰਨਾਂ ਨਾਲ ਉੱਠਦਿਆਂ ਸਾਰੀ ਮਨ ਜੁੜ ਜਾਣੇ, ਕਸ਼ਹਿਰੇ ਪਰਨੇ ਚੱਕ ਲੈਣੇ। ਹੁਣ ਤਾਂ ਆਪਣੇ ਕੋਲ ਇਸ਼ਨਾਨ ਦੇ ਸਾਧ ਨੇ। ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਤੁਰੀ ਜਾਣਾ ਗੁਰੂ ਦੇ ਧਿਆਨ 'ਚ। ਤਿਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾ। ਪਵਿੱਤਰ ਹੋ ਕੇ ਇਸ਼ਨਾਨ ਕਰਕੇ ਫਿਰ ਬਾਣੀ ਜਪਣ ਪੈਣਾ ਹੈ। ਬਾਹਰੋਂ ਵੀ ਧੋਣਾ ਸਰੀਰ, ਅੰਦਰੋਂ ਵੀ ਧੋਣਾ ਬਾਣੀ ਨਾਲ, ਬਾਹਰੋਂ ਪਾਣੀ ਨਾਲ। ਫਿਰ ਕਹਿੰਦੇ ਤੇਰਾ ਮਨ ਵੀ ਠੀਕ ਹੋ ਜਾਏਗਾ, ਤਨ ਵੀ ਠੀਕ ਹੋ ਜਾਏਗਾ। ਤਨ ਬਾਹਰਲਾ ਅੰਮ੍ਰਿਤ ਕਰੇਗਾ। ਜਦੋਂ ਤੂੰ ਬਾਣੀ ਪੜ੍ਹਦਾ ਨਾ, ਸਵੇਰੇ ਉੱਠਦਾ, ਨਾਮ ਜਪਦਾ, ਉਸ ਸਮੇਂ ਇਹ ਅੰਮ੍ਰਿਤ ਹੁੰਦਾ ਪਾਣੀ। ਉਸ ਸਮੇਂ ਪਾਣੀ ਨਹੀਂ ਰਹਿੰਦਾ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਜਦੋਂ ਵੀ ਗੁਰੂ ਦਾ ਸਿੱਖ ਰਾਤੀ ਉੱਠ ਕੇ ਇਸ਼ਨਾਨ ਕਰਦਾ ਹੈ, ਉਹ ਪਾਣੀ ਨਾਲ ਨਹੀਂ ਕਰਦਾ, ਉਹ ਅੰਮ੍ਰਿਤ ਨਾਲ ਇਸ਼ਨਾਨ ਕਰਦਾ। ਅੰਮ੍ਰਿਤ ਨਾਲ। ਅੰਮ੍ਰਿਤ ਦਾ ਛੱਟਾ ਘਰ 'ਚ ਦਿਓ, ਕਸਰਾਂ ਖਤਮ ਹੋ ਜਾਂਦੀਆਂ। ਅੰਮ੍ਰਿਤ ਬਿਮਾਰ ਨੂੰ ਦਿਓ, ਠੀਕ ਹੋ ਜਾਂਦਾ। ਕਹਿੰਦੇ ਉਸ ਸਮੇਂ ਗੁਰੂ ਦਾ ਵਾਕ ਹੈ ਕਿ ਗੁਰੂ ਦਾ ਬਚਨ ਹੈ। ਜਿਹੜੇ ਗੁਰਸਿੱਖ ਰਾਤ ਨੂੰ ਉੱਠਦੇ ਆ ਨਾ, ਇਸ਼ਨਾਨ ਕਰਦੇ ਆ, ਉਹ ਅੰਮ੍ਰਿਤ ਸਰ ਨਾਲ, ਅੰਮ੍ਰਿਤ ਸਰ, ਅੰਮ੍ਰਿਤ ਦਾ ਸਰ ਸਰੋਵਰ ਸਮਝੋ, ਉਹਦੇ 'ਚ ਚੁੱਭੀਆਂ ਲਾਉਂਦੇ, ਅੰਮ੍ਰਿਤ ਨਾਲ ਇਸ਼ਨਾਨ ਕਰਦੇ ਆ। ਜਦੋਂ ਗੁਰਸਿੱਖ ਰਾਤ ਨੂੰ ਨਹਾਉਂਦਾ ਹੈ, ਪਾਣੀ ਨਾਲ ਨਹੀਂ ਨਹਾਉਂਦਾ, ਅੰਮ੍ਰਿਤ ਨਾਲ ਇਸ਼ਨਾਨ ਕਰਦਾ। ਇਹਦਾ ਸਰੀਰ ਠੀਕ ਹੋ ਜਾਂਦਾ, ਸਰੀਰ ਦੀਆਂ ਬਿਮਾਰੀਆਂ ਚੱਕੀਆਂ ਜਾਂਦੀਆਂ ਬਾਹਰਲੀਆਂ। ਜਦੋਂ ਫਿਰ ਬਾਣੀ ਨਾਲ ਅੰਦਰਲਾ ਇਸ਼ਨਾਨ ਕਰਦਾ ਹੈ, ਉਸ ਸਮੇਂ ਦੀ ਅੰਦਰ ਦੀਆਂ ਸਾਰੀ ਖੋਟ, ਸਾਰੀ ਗੰਦਗੀ, ਸਾਰੀ ਬਦਬੂ, ਸਾਰੇ ਮਾੜੇ ਖਿਆਲ ਅੰਦਰੋਂ ਧੋਤੇ ਜਾਂਦੇ। ਅੰਮ੍ਰਿਤ ਦੇ ਨਾਲ, ਅੰਮ੍ਰਿਤ ਪਾਣੀ ਨਾਲ, ਅੰਮ੍ਰਿਤ ਬਾਣੀ ਨਾਲ ਆਪਦੇ ਸਰੀਰ ਨੂੰ ਸੁੱਧ ਕਰ ਲਾ। ਗੁਰੂਆਂ ਨੇ ਤਾਂ ਰਸਤਾ ਦੱਸਣਾ ਹੈ, ਅਸੀਂ ਚੱਲਣਾ ਹੈ ਕਿ ਨਹੀਂ ਚੱਲਣਾ, ਸਾਡੀ ਇਹ ਤਾਂ ਸਾਡਾ ਕੰਮ ਹੈ। ਅੰਮ੍ਰਿਤ ਖਾਣਾ, ਅੰਮ੍ਰਿਤ ਬੋਲਣਾ,
ਜਦੋਂ ਬੰਦਾ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕਦਾ ਹੈ ਉਦੋਂ ਅੰਮ੍ਰਿਤ ਛਕਦਾ ਹੈ, ਅੰਮ੍ਰਿਤ ਰੋਟੀ। ਜਦੋਂ ਆਪ ਚੱਕ ਕੇ ਖਾਂਦਾ ਹੈ, ਆਪ ਤੜਕੇ ਲਾਉਂਦਾ ਹੈ, ਆਪ ਚਾਹਾਂ ਬਣਾਉਂਦਾ ਹੈ, ਉਹ ਅੰਮ੍ਰਿਤ ਨਹੀਂ, ਉਹ ਅੰਮ੍ਰਿਤ ਨਹੀਂ ਹੁੰਦਾ। ਉਹ ਫਿਰ ਉਹਦਾ ਲੇਖਾ ਦੇਣਾ ਪੈਂਦਾ। ਸੰਗਤ ਵਿੱਚ ਬਹਿ ਕੇ ਛਕਣਾ, ਪ੍ਰਸ਼ਾਦ ਛਕਣਾ, ਬੜੇ ਬੜੇ ਬਿਮਾਰ ਰੋਗੀ ਆਉਂਦੇ ਆ ਪੁੱਛੋ ਸਾਹਿਬ, ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛਕ ਕੇ ਠੀਕ ਹੋ ਜਾਂਦੇ। ਹਜੂਰ ਸਾਹਿਬ 12 ਵਜੇ ਪੰਗਤ ਲੱਗਦੀ, ਅੰਦਰੋਂ ਭੋਗ ਵਾਲੀ ਦਾਲ ਆਉਂਦੀ, ਉਹਦੇ ਵਿੱਚ ਪਾਣੀ ਹੋਰ ਜ਼ਿਆਦਾ ਹੁੰਦੇ ਛਕਣ ਵਾਲੇ, ਵਿੱਚ ਪਾਣੀ ਪਾ ਲੈਂਦੇ। ਜਿਹੜਾ ਜਿਹੜਾ ਛਕਦਾ ਉਹ ਕਹਿੰਦਾ ਮੈਂ ਠੀਕ ਹੋ ਗਿਆ ਉਸ ਦਾਲ ਦੇ ਨਾਲ। ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਛਕਣਾ, ਅੰਮ੍ਰਿਤ ਖਾਣਾ, ਸੰਗਤ ਨਾਲ ਗੱਲਾਂ ਕਰਨੀਆਂ, ਸੰਗਤ ਵਿੱਚ ਰਹਿਣਾ, ਅੰਮ੍ਰਿਤ ਬੋਲਣਾ। ਅੰਮ੍ਰਿਤ ਪਾਣੀ, ਅੰਮ੍ਰਿਤ ਬਾਣੀ, ਅੰਮ੍ਰਿਤ ਖਾਣਾ, ਅੰਮ੍ਰਿਤ ਬੋਲਣਾ। ਗੁਰਸਿੱਖਾਂ ਦੇ ਦਰਸ਼ਨ ਕਰਨੇ, ਅੰਮ੍ਰਿਤ ਦਰਸ਼ਨ ਕਰਨੇ, ਅੰਮ੍ਰਿਤ। ਇਹੋ ਜਿਹਾ ਜੀਵਨ ਗੁਰੂ ਦੇ ਚਰਨਾਂ 'ਚ ਬਣਾ ਲਓ ਕਿ ਤੁਸੀਂ ਅੰਮ੍ਰਿਤ ਦਾ ਹੀ ਰੂਪ ਹੋ ਜਾਓ। ਆਖੋ ਸ੍ਰੀ ਵਾਹਿਗੁਰੂ। ਗੰਗਾ ਕੇ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਈ ਨਿਬਰੀ। ਕਹਿੰਦੇ ਲੱਕੜ ਸੀ, ਪਾਣੀ ਵਿੱਚ ਪੈ ਗਈ ਤੇ ਗਲ ਗਲ ਕੇ ਪਾਣੀ ਦਾ ਹੀ ਰੂਪ ਹੋ ਗਈ। ਨਦੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲ ਪਵਿੱਤਰ ਪਾਵਨ ਹੋਈ ਜਾਏ। ਕਹਿੰਦੇ ਗੰਦੀਆਂ ਨਾਲਿਆਂ ਦਾ ਪਾਣੀ ਜਿਹੜਾ ਨਾ, ਗੰਦੀਆਂ ਨਾਲੀਆਂ ਦਾ, ਉਹ ਗੰਗਾ 'ਚ ਪੈ ਗਿਆ ਤੇ ਗੰਗਾ ਵਿੱਚ ਹੁਣ ਕੋਈ ਪਛਾਣ ਨਹੀਂ ਹੁੰਦੀ ਕਿ ਅੰਮ੍ਰਿਤ ਹੈ ਕਿ ਗੰਦਾ ਪਾਣੀ। ਕਹਿੰਦੇ ਉਹ ਗੰਦਾ ਪਾਣੀ ਨਾਲੀ ਵਾਲਾ ਗੰਗਾ ਦੇ ਵਿੱਚ ਪਿਆ, ਉਹ ਵੀ ਗੰਗਾ ਅੰਮ੍ਰਿਤ, ਗੰਗਾ ਜਲ ਬਣ ਗਿਆ। ਬੰਦਿਆ ਤੂੰ ਕਿਹੋ ਜਿਹਾ ਹੋਵੇ, ਜਦੋਂ ਗੁਰੂ ਦੇ ਵਿੱਚ ਸਮਾ ਜਾਏਗਾ ਤੇ ਫਿਰ ਤੇਰੀ ਗੰਦਗੀ ਨਹੀਂ ਰਹਿਣੀ। ਤੂੰ ਵੀ ਗੰਗਾ ਵਰਗਾ, ਅੰਮ੍ਰਿਤ ਵਰਗਾ ਸ਼ੁੱਧ ਤੇ ਪਵਿੱਤਰ ਹੋ ਜਾਏਗਾ। ਇਹ ਗੁਰੂ ਸਾਹਿਬ ਨੇ ਸਾਨੂੰ ਰਸਤੇ ਦੱਸੇ, ਮਾਰਗ। ਹੁਣ ਹੁਕਮਨਾਮਾ ਸੁਣੋ ਤੇ ਸਮਾਪਤੀ ਹੈ। ਸੰਗਤਾਂ ਨੇ ਸੁਖਮਨੀ ਦਾ ਪਾਠ ਕਰਨਾ ਹੈ, ਫਿਰ 4:30 ਤੋਂ 7 ਵਜੇ ਤੱਕ ਆਸਾ ਦੀ ਵਾਰ ਦੇ ਕੀਰਤਨ ਹੋ ਕੇ ਸਮਾਪਤੀ ਹੈ। ਹਰ ਜਿਸ ਗਾਇਓ ਸੰਤ ਜਨ ਮਿਲ, ਹਰ ਜਿਸ ਗਾਇਓ ਸੰਤ ਜਨ ਮਿਲ, ਜਿਸ ਗਾਇਓ ਸੰਤ ਜਨਾ ਮਿਲ, ਹਰ ਜਿਸ ਗਾਇਓ ਸੰਤ ਜਨਾ ਮਿਲ। ਕੋੜ ਜਨਮ ਕੇ ਦੁਖ ਗਵਾਇਓ, ਕੋੜ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਏ ਮਨ ਪਾਇਓ, ਜੋ ਚਾਹਤ ਸੋਈ ਮਨ ਪਾਇਓ। ਕਰ ਕਿਰਪਾ ਹਰ ਨਾਮ ਦਿਵਾਇਓ, ਕਰ ਕਿਰਪਾ ਹਰ ਨਾਮ ਦਿਵਾਇਓ। ਸਰਬ ਸੁਖ ਹਰ ਨਾਮ ਵਡਾਈ, ਸਰਬ ਸੁਖ ਹਰ ਨਾਮ ਵਡਾਈ। ਗੁਰ ਪ੍ਰਸਾਦ ਨਾਨਕ ਮਤ ਪਾਈ ਮਿਲ, ਹਰ ਜਿਸ ਗਾਇਓ ਸੰਤ ਜਨਾ ਮਿਲ, ਹਰ ਜਿਸ ਗਾਇਓ ਸੰਤ ਜਨਾ ਮਿਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਏਤੀ ਛੁਟੀ ਨਾਲ।